ਆਊਜ਼ੁ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ ਬਿਸਮਿल्लाहिर रहमानिर रहीम। ਅੱਜ ਵੇਲੇ ਦੀ ਗੱਲ ਦੇ ਵਿੱਚ ਮੈਂ ਜਿਹੜਾ ਨਾ ਬਹੁਤ ਹੀ ਅਹਿਮ ਮੌਜੂ ਹੈ ਉਹਦੇ 'ਤੇ ਗੱਲ ਕਰਨਾ ਚਾਹ ਰਹੀ ਹਾਂ। ਸਾਡੇ ਡਾਇਰੈਕਟਰ ਮਹਿਕਮਾ ਮੌਸਮੀਆਤ ਦੀ ਇਤਲਾਹ ਦੇ ਮੁਤਾਬਿਕ ਪਾਕਿਸਤਾਨ ਇਸ ਵਕਤ ਸ਼ਦੀਦ ਹੀਟ ਬਰਸਟ ਜਿਹੜਾ ਨਾ ਉਹਦੇ ਸ਼ਿਕਾਰ ਹੋਣ ਦੇ ਚਾਂਸਿਸ ਜਿਹੜੇ ਨੇ ਬਹੁਤ ਜ਼ਿਆਦਾ ਵੱਧ ਗਏ ਹੋਏ ਨੇ। 140 ਸਾਲ ਦੇ ਬਾਅਦ ਜਿਹੜਾ ਨਾ ਇਹ ਖਤਰਾ ਜਿਹੜਾ ਹੈ ਇਸ ਵਕਤ ਜਿਹੜਾ ਹੈ ਜ਼ਮੀਨ ਦੇ ਉੱਤੇ ਮੰਡਲਾ ਰਿਹਾ ਹੈ। ਇਸ ਤੋਂ ਪਹਿਲੇ ਸੁਣਿਆ ਹੋਏਗਾ ਤੁਸੀਂ ਕਿ ਬਾਦਲ ਫਟ ਗਏ ਆਸਮਾਨ ਦੇ ਉੱਤੇ। ਕਦੀ ਸਾਡੇ ਬਚਪਨ ਤੋਂ ਲੈ ਕੇ ਹੁਣ ਤੱਕ ਬੜਾ ਘੱਟ ਕਦੀ ਸੁਣਿਆ ਹੀ ਨਹੀਂ ਸੀ। ਤਕਰੀਬਨ ਹੁਣ ਆ ਕੇ ਪਤਾ ਲੱਗਾ ਕਿ ਬਾਦਲ ਵੀ ਫਟ ਜਾਂਦੇ ਨੇ ਅਤੇ ਮਹੀਨਿਆਂ ਦੀ ਬਾਰਿਸ਼ ਜਿਹੜੀ ਹੈ ਘੰਟਿਆਂ ਦੇ ਵਿੱਚ ਹੋ ਜਾਂਦੀ ਹੈ। ਇਸੇ ਤਰ੍ਹਾਂ ਆਸਮਾਨ ਦੇ ਉੱਤੋਂ ਜਿਹੜਾ ਵੇ ਇੱਕ ਬਹੁਤ ਬੜਾ ਜਿਹੜਾ ਵੇ ਉਹ ਗਰਮੀ ਦਾ ਤੂਫਾਨ ਕਹਿ ਲਵੋ ਤੁਸੀਂ ਕਿ ਉਹ ਜ਼ਮੀਨ 'ਤੇ ਨਾਜ਼ਲ ਹੋਣ ਵਾਸਤੇ ਜਿਹੜਾ ਨਾ ਉਹ ਪਰ ਤੋਲਦਾ ਪਿਆ। ਮੇਰਾ ਵਿਲਾਗ ਕਰਨ ਦਾ ਮਕਸਦ ਸਿਰਫ ਇੱਕ ਹੈ ਕਿ ਸਾਡੇ ਜਿਹੜੇ ਛੋਟੇ ਮਾਸੂਮ ਬੱਚੇ ਨੇ ਅਤੇ ਘਰਾਂ ਦੇ ਵਿੱਚ ਜਿਹੜੇ ਬਜ਼ੁਰਗ ਨੇ ਅਸੀਂ ਉਹਨਾਂ ਨੂੰ ਇਸ ਮੁਸੀਬਤ ਤੋਂ ਕਿਸ ਤਰੀਕੇ ਨਾਲ ਬਚਾ ਸਕਦੇ ਹਾਂ। ਪਹਿਲੀ ਗੱਲ ਤਾਂ ਇਹ ਵੇ ਕਿ ਪਾਣੀ ਦੀ ਸਫਾਈ ਦਾ ਜਿਹੜਾ ਨਾ ਉਹਨੂੰ ਯਕੀਨੀ ਇੰਤਜ਼ਾਮ ਹੋਣਾ ਚਾਹੀਦਾ ਔਰ ਪਾਣੀ ਕਸਰਤ ਦੇ ਨਾਲ ਪੀਓ। ਪਿਆਸ ਨਹੀਂ ਹੈ ਤਾਂ ਵੀ ਪਾਣੀ ਪੀਓ। ਬੱਚਿਆਂ ਨੂੰ ਗਰਮੀ ਤੋਂ ਬਚਾਓ। ਬਾਹਰ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕੋਸ਼ਿਸ਼ ਕਰੋ ਕਿ ਬਗੈਰ ਜ਼ਰੂਰਤ ਤੋਂ ਬਾਹਰ ਨਾ ਕੱਢੋ ਬੱਚਿਆਂ ਨੂੰ ਅਤੇ ਨਾ ਬਜ਼ੁਰਗ ਨਿਕਲਣ ਅਤੇ ਘਰਾਂ ਦੇ ਅੰਦਰ ਠੰਡੀ ਜਗ੍ਹਾ ਦੇ ਉੱਤੇ ਰਹੋ ਤਾਂ ਕਿ ਬੱਚੇ ਜਿਹੜੇ ਨੇ ਅਤੇ ਬਜ਼ੁਰਗ ਜਿਹੜੇ ਨੇ ਉਹ ਇਸ ਤਕਲੀਫ ਤੋਂ ਬਚ ਜਾਣ। ਇਹਦੇ ਵਿੱਚ ਬੱਚਿਆਂ ਨੂੰ ਨਾ ਆਮ ਤੌਰ ਦੇ ਉੱਤੇ ਗਰਦਨ ਤੋੜ ਬੁਖਾਰ ਹੋ ਜਾਂਦਾ ਹੈ ਔਰ ਗਰਦਨ ਤੋੜ ਬੁਖਾਰ ਦੀ ਅਲਾਮਤ ਇਹ ਵੇ ਕਿ ਇੱਕਦਮ ਬੱਚੇ ਨੂੰ ਜਾਂ ਜਿਸ ਵੀ ਬੰਦੇ ਨੂੰ ਗਰਦਨ ਤੋੜ ਬੁਖਾਰ ਹੁੰਦਾ ਹੈ ਉਹ ਫੌਰਨ ਉਹਦੇ ਸਿਰ 'ਚ ਸ਼ਦੀਦ ਤਰੀਨ ਦਰਦ ਹੁੰਦੀ ਹੈ ਅਤੇ ਉਹ ਬੁਖਾਰ ਦੀ ਸ਼ਿੱਦਤ ਨਾਲ ਡਿੱਗ ਪੈਂਦਾ। ਅਗਰ ਉਹਨੂੰ ਫੌਰੀ ਤੌਰ 'ਤੇ ਐਮਰਜੈਂਸੀ ਟਰੀਟਮੈਂਟ ਨਾ ਮਿਲੇ ਤਾਂ ਮੌਤ ਵੀ ਵਾਕਿਆ ਹੋ ਸਕਦੀ ਹੈ। ਹੁਣ ਦੇਖਣ ਵਾਲੀ ਗੱਲ ਇਹ ਵੇ ਕਿ ਸਾਡੇ ਹੁਣ ਮਾਹੌਲ ਹੀ ਇੰਝ ਦਾ ਹੋ ਗਿਆ ਹੋਇਆ ਕਿ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰਕੇ ਏਸੀ ਸਾਡੇ ਇੰਨੀ ਤਾਦਾਦ ਦੇ ਵਿੱਚ ਲੱਗੇ ਹੋਏ ਨੇ ਅਤੇ ਜਦੋਂ ਉਹ ਗਰਮੀ ਬਾਹਰ ਕੱਢਦੇ ਨੇ ਅੰਦਰ ਤੇ ਕਮਰਿਆਂ ਦੇ ਅੰਦਰ ਠੰਡਕ ਆਉਂਦੀ ਹੈ ਲੇਕਿਨ ਜਦੋਂ ਬਾਹਰ ਹੀ ਉਹਨਾਂ ਦੀ ਗਰਮੀ ਨਿਕਲਦੀ ਹੈ ਅਤੇ ਉਹ ਬਾਹਰ ਦੇ ਜਿਹੜਾ ਮਾਹੌਲੀਆਤ ਹੈ ਉਹਨੂੰ ਬਰਬਾਦ ਕਰਦੀ ਹੈ। ਫਿਰ ਉਸ ਤੋਂ ਇਲਾਵਾ ਜਿਹੜੀਆਂ ਜੰਗਾਂ ਹੋ ਰਹੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਅਸਲਹਾ ਇਸਤੇਮਾਲ ਹੋ ਰਿਹਾ ਯਾਨੀ ਹਰ ਜਗ੍ਹਾ ਦੇ ਉੱਤੇ ਇਨਸਾਨ ਨੇ ਆਪਣੀ ਮੌਤ ਦਾ ਆਪਣੀ ਮੁਸੀਬਤ ਦਾ ਸਮਾਨ ਖੁਦ ਪੈਦਾ ਕਰ ਲਿਆ ਔਰ ਕੁਦਰਤੀ ਮਾਹੌਲ ਤੋਂ ਅਸੀਂ ਦੂਰ ਹਟ ਗਏ ਹਾਂ। ਦਰੱਖਤ ਜਿਹੜੇ ਨੇ ਉਹਨਾਂ ਨੂੰ ਅਸੀਂ ਕੱਟ ਕੇ ਬਿਲਕੁਲ ਸਫਾਇਆ ਕਰ ਦਿੱਤਾ। ਰੋਡਾਂ ਦੇ ਉੱਤੇ ਤੁਸੀਂ ਦੇਖੋ ਹੁਣ ਤੁਹਾਨੂੰ ਸੜਕਾਂ ਦੇ ਉੱਤੇ ਦਰੱਖਤ ਨਜ਼ਰ ਨਹੀਂ ਆਉਣਗੇ ਬਲਕਿ ਆਰਟੀਫਿਸ਼ਲ ਤੁਹਾਨੂੰ ਜਿਹੜੀਆਂ ਨੇ ਨਾ ਉਹ ਚੀਜ਼ਾਂ ਨਜ਼ਰ ਆਉਣਗੀਆਂ ਜੀ ਖੂਬਸੂਰਤੀ ਵਾਸਤੇ। ਹਾਲਾਂਕਿ ਉਹਨਾਂ ਦਾ ਨੁਕਸਾਨ ਹੈ, ਫਾਇਦਾ ਨਹੀਂ ਹੈ। ਇਸ ਵਜ੍ਹਾ ਨਾਲ ਕਿ ਉਹ ਮਾਹੌਲ ਨੂੰ ਸਾਫ਼ ਨਹੀਂ ਕਰਦੀਆਂ ਬਲਕਿ ਉਹ ਤੁਹਾਡਾ ਜਿਹੜਾ ਵੀ ਬਿਜਲੀ ਦਾ ਬਿੱਲ ਤੁਹਾਡਾ ਔਰ ਤੁਹਾਡੇ ਅਖਰਾਜਾਤ ਜਿਹੜੇ ਉਹਨਾਂ ਦੇ ਉੱਤੇ ਆਉਂਦੇ ਨੇ ਉਹ ਐਕਸਟਰਾ ਨੇ। ਇੱਕ ਗਰੀਬ ਮੁਲਕ ਜਿਹੜਾ ਵੇ ਉਹ ਇਹਨਾਂ ਚੀਜ਼ਾਂ ਦਾ ਮੁਤਹਮਿਲ ਨਹੀਂ ਹੋ ਸਕਦਾ ਲੇਕਿਨ ਅਸੀਂ ਲੱਗੇ ਹੋਏ ਹਾਂ ਇੱਕੋ ਪਾਸੇ ਕਿ ਠੀਕ ਹੈ ਜੀ ਰੋਡ ਸਾਡੇ ਖੂਬਸੂਰਤ ਨਜ਼ਰ ਆਉਣੇ ਚਾਹੀਦੇ ਨੇ। ਵੱਡੇ ਵੱਡੇ ਬੋਰਡ ਜਿਹੜੇ ਨੇ ਉਹ ਰੋਡਾਂ ਦੇ ਉੱਤੇ ਆਵੇਜ਼ਾਂ ਨਜ਼ਰ ਆਉਣੇ ਚਾਹੀਦੇ ਨੇ। ਦਰੱਖਤਾਂ ਦੀ ਸਾਨੂੰ ਜ਼ਰੂਰਤ ਹੀ ਕੋਈ ਨਹੀਂ, ਪੌਦਿਆਂ ਦੀ ਸਾਨੂੰ ਜ਼ਰੂਰਤ ਹੀ ਕੋਈ ਨਹੀਂ ਜਿਹੜੇ ਸਾਨੂੰ ਆਕਸੀਜਨ ਦਿੰਦੇ ਨੇ, ਜਿਹੜੇ ਕਾਰਬਨ ਡਾਈਆਕਸਾਈਡ ਲੈ ਕੇ ਜਾਂਦੇ ਨੇ, ਸਾਡੇ ਬੱਚਿਆਂ ਦੀ ਉਮਰ ਵਧਾਉਣ ਦਾ ਸਬੱਬ ਬਣਦੇ ਨੇ। ਸਾਡੀ ਜ਼ਿੰਦਗੀ ਜਿਹੜੀ ਹੈ ਉਹ ਆਸਾਨ ਹੁੰਦੀ ਹੈ। ਸਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਸੁੱਖ ਦਾ ਸਾਹ ਆਉਂਦਾ। ਹੁਣ ਇੱਕ ਆਮ ਆਦਮੀ ਜਿਹੜਾ ਮਜ਼ਦੂਰੀ ਕਰਨ ਵਾਲਾ ਉਹ ਕੀ ਕਰੇ? ਅਤੇ ਇਹਦੇ ਵਾਸਤੇ ਨਾ ਸਭ ਤੋਂ ਪਹਿਲੇ ਜ਼ਰੂਰੀ ਇਹ ਵੇ ਕਿ ਇੱਕ ਕੱਪੜਾ ਜਿਹੜਾ ਨਾ ਉਹ ਸਿਰ 'ਤੇ ਰੱਖਿਆ ਜਾਏ। ਬਾਹਰ ਕੰਮ ਕਰਨ ਵਾਲੇ ਜਿੰਨੇ ਵੀ ਲੋਕ ਜਾਂਦੇ ਨੇ ਸਿਰ ਤੋਂ ਨੰਗੇ ਨਾ ਜਾਣ ਔਰ ਕੋਸ਼ਿਸ਼ ਕਰਨ ਕਿ ਬਾਰ ਕੱਪੜੇ ਨੂੰ ਨਾ ਗਿੱਲਾ ਕਰਕੇ ਨਾ ਤੇ ਸਿਰ 'ਤੇ ਰੱਖ ਲਿਆ। ਉਹਦੇ ਨਾਲ ਇਹ ਹੋਏਗਾ ਕਿ ਤੁਹਾਨੂੰ ਜਿਹੜਾ ਨਾ ਗਰਮੀ ਦੇ ਵਿੱਚ ਕੰਮ ਕਰਨ ਲੱਗਿਆ ਜਿਹੜਾ ਨਾ ਹੀਟ ਦਾ ਗਰਮੀ ਦਾ ਜਿਹੜਾ ਵੇ ਉਹ ਧੱਕਾ ਲੱਗਣ ਦਾ ਚਾਂਸ ਤੁਹਾਡੇ ਘੱਟ ਜਾਂਦੇ ਨੇ। ਫਿਰ ਘਰ ਦੇ ਵਿੱਚ ਕੋਸ਼ਿਸ਼ ਕਰੋ ਕਿ ਮਸ਼ਰੂਬਾਤ ਜਿਹੜੀਆਂ ਨੇ ਆਲੂ ਇਮਲੀ ਹੋ ਗਈ, ਆਲੂ ਬੁਖਾਰਾ ਹੋ ਗਿਆ, ਕੱਚੀ ਲੱਸੀ ਹੋ ਗਈ, ਇਹਨਾਂ ਦੀਆਂ ਜਿਹੜੀਆਂ ਮਸ਼ਰੂਬਾਤ ਘਰ 'ਚ ਬਣਾਓ। ਬੱਚਿਆਂ ਨੂੰ ਘਰ ਦੇ ਵਿੱਚ ਪਿਲਾਓ ਅਤੇ ਰੱਜ ਕੇ ਪਿਲਾਓ। ਪਾਣੀ ਸਾਫ਼ ਹੋਣਾ ਜ਼ਰੂਰੀ ਹੈ। ਰੇਹੜੀਆਂ ਦੇ ਉੱਤੇ ਜਿਹੜਾ ਵੇ ਬਾਹਰ ਜਿਹੜੇ ਨੇ ਰੇਹੜੀਆਂ ਵਾਲੇ ਵੇਚਦੇ ਨੇ ਮਸ਼ਰੂਬਾਤ ਉਹਨਾਂ ਦੇ ਵਿੱਚ ਜਿਹੜਾ ਨਾ ਪਾਣੀ ਦਾ ਸਾਫ਼ ਹੋਣਾ ਜ਼ਰੂਰੀ ਹੈ। ਅਗਰ ਉੱਥੇ ਸਫਾਈ ਦੇ ਜਿਹੜੇ ਅਸੂਲ ਨੇ ਉਹਨਾਂ ਨੂੰ ਮਲਹੂਜ਼ੇ ਖਾਤਰ ਨਹੀਂ ਰੱਖਿਆ ਗਿਆ ਯਾਨੀ ਸਾਹਮਣੇ ਇਹ ਨਹੀਂ ਰੱਖਿਆ ਗਿਆ ਕਿ ਬਰਤਨ ਸਾਫ਼ ਨਹੀਂ ਹੈ, ਪਾਣੀ ਗੰਦਾ ਪਾਣੀ ਹੈ
ਔਰ ਉਹ ਲੋਕ ਬਾਰ-ਬਾਰ ਉਹ ਗਲਾਸ ਜਿਹੜੇ ਨੇ ਉਹਨਾਂ ਦਾ ਵੀ ਸਹੀ ਇਸਤੇਮਾਲ ਸਾਫ਼ ਨਹੀਂ ਹੈ, ਅਤੇ ਉਹ ਜਿਹੜਾ ਨਾ ਉਹਦੇ ਨਾਲ ਕੀ ਹੋਏਗਾ, ਗੈਸਟਰੋ ਫੌਰੀ ਤੌਰ 'ਤੇ ਪਖਾਨੇ ਲੱਗ ਜਾਣਗੇ ਔਰ ਉਹਦੇ ਨਾਲ ਵੀ ਮੌਤ ਵਾਕਿਆ ਹੋ ਜਾਂਦੀ ਹੈ। ਅਗਰ ਕੋਈ ਮਰੀਜ਼ ਤੁਹਾਨੂੰ ਰਸਤੇ ਦੇ ਵਿੱਚ ਕੋਈ ਬੱਚਾ, ਕੋਈ ਬੁੱਢਾ, ਕੋਈ ਬੰਦਾ ਡਿੱਗਿਆ ਹੋਇਆ ਨਜ਼ਰ ਆਏ, ਜਿਹੜਾ ਡਿੱਗ ਪਿਆ, ਅਤੇ ਉਹਨੂੰ ਫੌਰੀ ਤੌਰ 'ਤੇ ਛਾਂ ਦੇ ਉੱਤੇ ਕਰੋ। ਜਿਸਮ ਨੂੰ ਹੱਥ ਲਾਓਗੇ ਅਤੇ ਤਪ ਰਿਹਾ ਹੋਏਗਾ ਬੁਖਾਰ ਦੇ ਨਾਲ, ਉਹਨੂੰ ਠੰਡੀਆਂ ਪੱਟੀਆਂ ਕਰੋ ਅਤੇ ਫੌਰੀ ਤੌਰ ਦੇ ਉੱਤੇ ਉਹਨੂੰ ਐਮਰਜੈਂਸੀ ਹਸਪਤਾਲ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰੋ। ਇਸ ਬੁਖਾਰ ਦੀ ਸ਼ਿੱਦਤ 104 ਤੋਂ 106 ਤੱਕ ਹੋ ਸਕਦੀ ਹੈ। ਇਹ ਮੇਰੀਆਂ ਧੀਆਂ ਭੈਣਾਂ ਨੂੰ ਬੜੀ ਹੱਥ ਬੰਨ੍ਹ ਕੇ ਗੁਜ਼ਾਰਿਸ਼ ਹੈ ਕਿ ਆਪਣੇ ਬੱਚਿਆਂ ਦਾ ਅਤੇ ਆਪਣੇ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਖਿਆਲ ਰੱਖੋ ਅਤੇ ਆਪਣਾ ਵੀ ਬਹੁਤ ਜ਼ਿਆਦਾ ਖਿਆਲ ਕਰੋ। ਦੁਪਹਿਰ ਦੇ ਟਾਈਮ ਕੋਈ ਖਰੀਦਦਾਰੀ ਕਰਨ ਵਾਸਤੇ ਘਰੋਂ ਬਾਹਰ ਨਾ ਨਿਕਲੋ। ਜਜ਼ਾਕ ਅੱਲਾ।